ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਵੱਖ-ਵੱਖ ਧਿਰਾਂ ਦੀਆਂ ਵੱਖ-ਵੱਖ ਰਾਵਾਂ ਹੁੰਦੀਆਂ ਨੇ। ਹਰ ਖੇਤਰ ਦੇ ਵਿੱਚ ਹੀ ਹੁੰਦੀਆਂ ਨੇ, ਇਸੇ ਤਰ੍ਹਾਂ ਸਿੱਖੀ ਦੇ ਵਿਹੜੇ ਦੇ ਵਿੱਚ ਵੀ ਨੇ ਕਿ ਵੱਖ-ਵੱਖ ਇਸ਼ੂ ਨੂੰ ਲੈ ਕੇ, ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵੱਖਰੀ-ਵੱਖਰੀ ਵਿਚਾਰਧਾਰਾ ਰੱਖੀ ਜਾਂਦੀ ਹੈ। ਪਰ ਕੁਝ ਖਾਸ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਲਗਭਗ ਸਾਰਿਆਂ ਦੀ ਵਿਚਾਰਧਾਰਾ ਇੱਕੋ ਜਿਹੀ ਹੁੰਦੀ ਹੈ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣਾ ਜਾਂ ਮੰਨਣਾ। ਪਰ ਪਿਛਲੇ ਸਮੇਂ ਤੋਂ ਇਹਦੇ ਉੱਤੇ ਵੀ ਇੱਕ ਖਾਸ ਤਰ੍ਹਾਂ ਦੀ ਡਿਬੇਟ ਜਿਹੜੀ ਉਹ ਚੱਲ ਰਹੀ ਹੈ। ਉਹ ਡਿਬੇਟ ਦੀ ਸ਼ੁਰੂਆਤ ਹੋਈ ਭਾਈ ਰਣਜੀਤ ਸਿੰਘ ਜੀ ਦੀ ਇੱਕ ਵੀਡੀਓ ਤੋਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਖ ਦਾ ਗੁਰੂ ਗਿਆਨ ਹੈ, ਗ੍ਰੰਥ ਇੱਕ ਜ਼ਰੀਆ ਹੈ ਗਿਆਨ ਤੱਕ ਪਹੁੰਚਣ ਦਾ। ਹੁਣ ਆਮ ਤੌਰ 'ਤੇ ਅਸੀਂ ਮੰਨਦੇ ਹਾਂ ਕਿ ਗ੍ਰੰਥ ਸਾਡਾ ਗੁਰੂ ਹੈ, ਅਤੇ ਜਦੋਂ ਸਿੱਖ ਇਹ ਸੁਣਦਾ ਹੈ ਕਿ ਗ੍ਰੰਥ ਗੁਰੂ ਨਹੀਂ, ਗ੍ਰੰਥ ਇੱਕ ਜ਼ਰੀਆ ਹੈ, ਗੁਰੂ ਗਿਆਨ ਹੈ, ਅਤੇ ਸੁਭਾਵਿਕ ਗੱਲ ਹੈ ਕਿ ਖਾਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਸਾਹਮਣੇ ਆਉਣਗੇ, ਇੱਕ ਡਿਬੇਟ ਸ਼ੁਰੂ ਹੋਵੇਗੀ। ਹੁਣ ਇਹ ਗੱਲ ਕਿੰਨੀ ਕੁ ਵੈਲਿਡ ਹੈ? ਬਹੁਤ ਸਾਰੀਆਂ ਥਿਊਰੀਆਂ ਜਿਹੜੀਆਂ ਨੇ ਨਵੀਆਂ ਆਉਂਦੀਆਂ ਨੇ, ਪਰ ਉਹ ਕਿੰਨੀਆਂ ਕੁ ਟਿਕਾਊ ਨੇ ਇਹ ਪਤਾ ਲੱਗਦਾ ਹੈ ਉਹਨਾਂ ਨੂੰ ਸਵਾਲਾਂ ਦੇ ਉੱਤੇ ਪਰਖਣ ਨਾਲ। ਆਪਾਂ ਇਸ ਵੀਡੀਓ ਦੇ ਵਿੱਚ ਭਾਈ ਰਣਜੀਤ ਸਿੰਘ ਜੀ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਕੁਛ ਇੱਕ ਸਵਾਲਾਂ ਦੇ ਉੱਤੇ ਪਰਖ ਕੇ ਵੇਖਣਾ, ਲੌਜਿਕ ਦੇ ਉੱਤੇ। ਉਹੀ ਲੌਜਿਕ ਜਿਹੜਾ ਉਹਨਾਂ ਦੇ ਕਾਫੀ ਫੋਲੋਅਰ ਦੇ ਨਾਲ ਮੈਂ ਕੋਸ਼ਿਸ਼ ਕੀਤੀ ਵਰਤਣ ਦੀ, ਪਰ ਕੋਈ ਠੋਸ ਜਵਾਬ ਨਹੀਂ ਮਿਲ ਸਕਿਆ ਪਿਛਲੇ ਸਮੇਂ 'ਚ। ਅਤੇ ਮੈਂ ਕੋਸ਼ਿਸ਼ ਕੀਤੀ ਕਿ ਇੱਕ ਵੀਡੀਓ ਬਣਾ ਕੇ ਕਿਸੇ ਤਰ੍ਹਾਂ ਭਾਈ ਰਣਜੀਤ ਸਿੰਘ ਜੀ ਤੱਕ ਗੱਲ ਪਹੁੰਚਾਈ ਜਾਵੇ। ਅਤੇ ਮੇਰੀ ਬੇਨਤੀ ਹੈ, ਜਿਹੜਾ ਵੀ ਇਹ ਕੋਈ ਵੀਡੀਓ ਵੇਖ ਰਿਹਾ, ਜੇ ਕੋਈ ਉਹਨਾਂ ਦਾ ਨਜ਼ਦੀਕੀ, ਅਤੇ ਇਹ ਉਹਨਾਂ ਤੱਕ ਜ਼ਰੂਰ ਪਹੁੰਚਾ ਦਿੱਤੀ ਜਾਵੇ, ਤਾਂ ਕਿ ਇਹ ਜਿਹੜੇ ਸਵਾਲ ਨੇ ਇਹਨਾਂ ਦੇ ਜਵਾਬ ਸਾਨੂੰ ਆਉਣ ਵਾਲੇ ਸਮੇਂ 'ਚ ਜੇ ਭਾਈ ਰਣਜੀਤ ਸਿੰਘ ਉਹਨਾਂ ਦੇ ਕੋਲ ਹੋਣ ਅਤੇ ਉਹ ਸਾਨੂੰ ਮਿਲ ਸਕਣ। ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਲੌਜਿਕ ਦੇ ਉੱਤੇ, ਕਿਉਂਕਿ ਭਾਈ ਰਣਜੀਤ ਸਿੰਘ ਹੋਰਾਂ ਦੀ ਹਮੇਸ਼ਾ ਇਹ ਪ੍ਰੈਫਰੈਂਸ ਰਹੀ ਹੈ ਕਿ ਗੱਲ ਲੌਜਿਕ ਦੇ ਉੱਤੇ ਹੋਣੀ ਚਾਹੀਦੀ ਹੈ, ਅਤੇ ਉਹਨਾਂ ਦੀ ਥਿਊਰੀ ਨੂੰ ਵੀ ਆਪਾਂ ਲੌਜਿਕ ਦੇ ਉੱਤੇ ਪਰਖਾਂਗੇ। ਉਹਨਾਂ ਦਾ ਕਹਿਣਾ ਹੈ ਕਿ ਗਿਆਨ ਸਿੱਖ ਦਾ ਗੁਰੂ ਹੈ, ਪਰ ਇੱਕ ਗੱਲ ਉਹਨਾਂ ਨੇ ਸਪਸ਼ਟ ਨਹੀਂ ਕੀਤੀ ਕਿ ਕਿਹੜਾ ਗਿਆਨ ਸਿੱਖ ਦਾ ਗੁਰੂ ਹੈ। ਗਿਆਨ ਤਾਂ ਬਹੁਤ ਸਾਰੇ ਗ੍ਰੰਥਾਂ ਦੇ ਵਿੱਚ, ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਪਿਆ ਹੋਇਆ ਹੈ। ਸਾਇੰਸ ਦੇ ਸੰਬੰਧੀ ਗਿਆਨ ਦੀਆਂ ਹਜ਼ਾਰਾਂ ਕਿਤਾਬਾਂ ਨੇ, ਡਾਕਟਰੀ ਦੀਆਂ ਕਿਤਾਬਾਂ ਨੇ, ਉਹਨਾਂ ਦੇ ਵਿੱਚ ਵੀ ਗਿਆਨ ਹੈ। ਇੰਜੀਨੀਅਰਿੰਗ ਦੀਆਂ ਕਿਤਾਬਾਂ ਨੇ, ਮਕੈਨਿਕ ਦੀਆਂ, ਖੇਤੀਬਾੜੀ ਦੇ ਨਾਲ ਸੰਬੰਧਿਤ, ਵੱਖ-ਵੱਖ ਕਿੱਤਿਆਂ ਦੇ ਨਾਲ ਸੰਬੰਧਿਤ ਬਹੁਤ ਸਾਰਾ ਗਿਆਨ ਵੱਖ-ਵੱਖ ਕਿਤਾਬਾਂ ਦੇ ਵਿੱਚ, ਗ੍ਰੰਥਾਂ 'ਚ ਪਿਆ ਹੋਇਆ ਹੈ। ਸਿੱਖ ਕਿਹੜੇ ਗਿਆਨ ਨੂੰ ਗੁਰੂ ਕਰੇ? ਹੁਣ ਜੇ ਭਾਈ ਰਣਜੀਤ ਸਿੰਘ ਦੇ ਪ੍ਰੈਕਟੀਕਲ ਤੋਂ ਵੇਖੀਏ ਤਾਂ ਪਤਾ ਲੱਗ ਜਾਂਦਾ ਹੈ, ਕਿਉਂਕਿ ਉਹ ਇੱਕ ਹੀ ਗ੍ਰੰਥ ਨੂੰ, ਇਸੇ ਗਿਆਨ ਨੂੰ ਹੀ ਮੱਥਾ ਟੇਕਦੇ ਨੇ, ਪ੍ਰਕਾਸ਼ ਕਰਦੇ ਨੇ, ਚਵਰ ਕਰਦੇ ਨੇ, ਚਵਰ ਛਤਰ ਤਖਤ ਦਾ ਮਾਲਕ ਮੰਨਦੇ ਨੇ। ਇੱਥੋਂ ਇੱਕ ਗੱਲ ਤੇ ਉਹਨਾਂ ਦੇ ਪ੍ਰੈਕਟੀਕਲ ਤੋਂ ਸਪਸ਼ਟ ਹੈ। ਉਹ ਜ਼ਬਾਨ ਤੋਂ ਕੀ ਕਹਿ ਦੇਣਗੇ ਆਉਣ ਵਾਲੇ ਸਮੇਂ 'ਚ ਮੈਂ ਕਹਿ ਨਹੀਂ ਸਕਦਾ, ਪਰ ਉਹਨਾਂ ਦਾ ਅੱਜ ਦਾ ਪ੍ਰੈਕਟੀਕਲ ਇਹ ਸਾਬਤ ਕਰਦਾ ਹੈ ਕਿ ਉਹ ਇਸੇ ਗਿਆਨ ਨੂੰ ਹੀ ਗੁਰੂ ਮੰਨਦੇ ਨੇ ਜਿਹੜਾ ਇਸ ਗ੍ਰੰਥ ਦੇ ਵਿੱਚ ਹੈ। ਹੁਣ ਅਗਲੀ ਗੱਲ ਇਹ ਆਉਂਦੀ ਹੈ ਕਿ ਕੀ ਇਸ ਗ੍ਰੰਥ ਵਿਚਲੇ ਗਿਆਨ ਨੂੰ ਹੀ ਗੁਰੂ ਮੰਨਦੇ ਨੇ ਉਹ? ਇਹ ਵੀ ਆਪਾਂ ਉਹਨਾਂ ਦੇ ਪ੍ਰੈਕਟੀਕਲ ਨੂੰ ਇੱਕ ਨਵੇਂ ਲੌਜਿਕ ਦੇ ਉੱਤੇ ਪਰਖ ਕੇ ਵੇਖਾਂਗੇ। ਇਹ ਜਿਹੜਾ ਗਿਆਨ ਹੈ, ਇਹ ਮੋਬਾਇਲਾਂ ਦੇ ਵਿੱਚ ਆਮ ਅੱਜ ਕੱਲ੍ਹ ਸਾਨੂੰ ਮਿਲ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਸਾਰਾ ਗਿਆਨ ਜਿਹੜਾ ਉਹ ਮੋਬਾਇਲਾਂ ਦੇ ਵਿੱਚ ਮੌਜੂਦ ਹੈ। ਕੀ ਭਾਈ ਰਣਜੀਤ ਸਿੰਘ ਜੀ ਜੇ ਸਿਰਫ ਗਿਆਨ ਨੂੰ ਗੁਰੂ ਮੰਨਦੇ ਨੇ ਅਤੇ ਮੋਬਾਇਲ ਨੂੰ ਅਤੇ ਇਸ ਗ੍ਰੰਥ ਨੂੰ ਬਰਾਬਰ ਮੰਨਦੇ ਨੇ? ਕਿਉਂਕਿ ਗ੍ਰੰਥ ਨੂੰ ਉਹਨਾਂ ਕਿਹਾ ਕਿ ਇੱਕ ਜ਼ਰੀਆ ਹੈ ਸਿਰਫ ਗਿਆਨ ਤੱਕ ਪਹੁੰਚਣ ਦਾ, ਅਤੇ ਮੋਬਾਇਲ ਵੀ ਤਾਂ ਇੱਕ ਜ਼ਰੀਆ ਹੈ। ਉਹ ਮੋਬਾਇਲ ਨੂੰ ਗ੍ਰੰਥ ਵਾਲੀ ਮਹੱਤਤਾ ਕਿਉਂ ਨਹੀਂ ਦਿੰਦੇ? ਚਲੋ ਮੋਬਾਇਲ ਨੂੰ ਪਾਸੇ ਛੱਡ ਦਿਓ। ਦੋ ਪੋਥੀਆਂ ਦੇ ਵਿੱਚ ਇਹੋ ਹੀ ਬਾਣੀ, ਸੰਥਿਆ ਵਾਲੀਆਂ ਪੋਥੀਆਂ ਦੇ ਵਿੱਚ ਦੋ ਭਾਗਾਂ ਦੇ ਵਿੱਚ ਇਹੋ ਹੀ ਬਾਣੀ ਹੋਵੇ, ਅਤੇ ਕੀ ਭਾਈ ਰਣਜੀਤ ਸਿੰਘ ਜੀ ਜਿਹੜੇ ਸੰਗਤਾਂ ਨੂੰ ਕਹਿੰਦੇ ਆ ਕਿ ਤੁਸੀਂ ਸਹਿਜ ਪਾਠ ਕਰਿਆ ਕਰੋ, ਉਹਨਾਂ ਨੂੰ ਕਦੀ ਕਿਹਾ ਹੈ ਕਿ ਤੁਸੀਂ ਇਸੇ ਤਰ੍ਹਾਂ ਹੀ ਤਖਤ ਦੇ ਉੱਤੇ ਵਿਰਾਜਮਾਨ ਕਰੋ, ਚਵਰ ਛਤਰ ਤਖਤ ਦਾ ਪ੍ਰਬੰਧ ਕਰੋ ਅਤੇ ਫਿਰ ਪ੍ਰਕਾਸ਼ ਕਰਕੇ ਪੋਥੀਆਂ ਤੋਂ ਪਾਠ ਕਰੋ? ਬਿਲਕੁਲ ਨਹੀਂ, ਕਿਉਂਕਿ ਉਹਨਾਂ ਦੀ ਪ੍ਰੈਕਟੀਕਲਿਟੀ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਉਹ ਇਹਨਾਂ ਪੋਥੀਆਂ ਨੂੰ ਉਹ ਮਹੱਤਤਾ ਨਹੀਂ ਦਿੰਦੇ, ਉਹਨਾਂ ਸਤਿਕਾਰ ਨਹੀਂ ਦਿੰਦੇ ਜਿੰਨਾ ਇੱਕ ਗ੍ਰੰਥ ਨੂੰ ਦਿੰਦੇ ਨੇ ਜਿਹਦੇ ਵਿੱਚ ਇਹ ਬਾਣੀ ਹੈ। ਕਿਉਂਕਿ ਉਹ ਕਹਿੰਦੇ ਨੇ ਕਿ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਚਲੇ ਜਾਣਗੇ ਇੱਥੋਂ ਸੁੱਖ ਆਸਣ ਹੋ ਕੇ, ਉਸ ਤੋਂ ਬਾਅਦ ਆਪਾਂ ਦੀਵਾਨ ਦੇ ਵਿੱਚ ਜਾਣਾ ਹੈ। ਜੇ ਗਿਆਨ ਹੀ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਦਾ ਸਰੂਪ 4-5 ਸਿੰਘ ਜਿਹੜੇ ਨੇ ਉਹ ਲੈ ਕੇ ਚਲੇ ਗਏ ਨੇ, ਅਤੇ ਗਿਆਨ ਤੇ ਹਾਲ ਦੇ ਵਿੱਚ ਮੌਜੂਦ ਹੈ। ਹਜ਼ਾਰਾਂ ਲੋਕਾਂ ਦੀਆਂ ਜੇਬਾਂ ਦੇ ਵਿੱਚ ਮੋਬਾਇਲ ਪਏ ਨੇ, ਸਾਰੀ ਬਾਣੀ ਉਹਦੇ ਵਿੱਚ ਹੈ, ਗੁਰੂ ਤੇ ਮੌਜੂਦ ਹੈ। ਫਿਰ ਖੜੇ ਕਿਹਦੇ ਵਾਸਤੇ ਹੋ ਰਹੇ ਆ? ਇੱਕ ਅਰਦਾਸੀਆ ਸਿੱਖ ਅਰਦਾਸ ਕਰ ਰਿਹਾ ਹੈ,
ਜੇ ਗਿਆਨ ਹੀ ਗੁਰੂ ਹੈ ਤੇ ਇੱਕ ਗ੍ਰੰਥ ਦੇ ਅੱਗੇ ਖੜੇ ਹੋ ਕੇ ਅਰਦਾਸ ਕਿਉਂ ਕਰ ਰਿਹਾ ਹੋ? ਉਹੀ ਗਿਆਨ ਤੇ ਉਹਦੀ ਜੇਬ ਦੇ ਵਿੱਚ ਵੀ ਹੋ ਸਕਦਾ ਮੋਬਾਈਲ 'ਚ ਪਿਆ ਹੋਵੇ। ਤਾਬਿਆ ਬੈਠਾ ਬੰਦਾ ਉਹੀ ਗਿਆਨ ਜੇਬ 'ਚ ਪਾ ਕੇ ਉਸੇ ਗਿਆਨ ਨੂੰ, ਗ੍ਰੰਥ ਨੂੰ ਚੌਰ ਕਰ ਰਿਹਾ। ਇਹਨੂੰ ਅਸੀਂ ਕੀ ਕਵਾਂਗੇ? ਇਹ ਪਖੰਡ ਹੈ, ਅਣਭੋਲਪੁਣਾ ਹੈ, ਕੀ ਅਣਜਾਣਪੁਣਾ ਹੈ, ਕੀ ਹੈ? ਇਹ ਸਾਰੀਆਂ ਚੀਜ਼ਾਂ ਤੋਂ ਪਤਾ ਇਹ ਲੱਗਦਾ ਹੈ ਕਿ ਉਹਨਾਂ ਦੀ ਪ੍ਰੈਕਟੀਕਲਿਟੀ, ਭਾਈ ਰਣਜੀਤ ਸਿੰਘ ਦੀ ਪ੍ਰੈਕਟੀਕਲਿਟੀ ਜਿਹੜੀ ਹੈ, ਉਹ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਗ੍ਰੰਥ ਨੂੰ ਗੁਰੂ ਮੰਨਦੇ ਨੇ। ਮੂੰਹ ਤੋਂ ਚਾਹੇ ਜੋ ਕੁਛ ਮਰਜ਼ੀ ਕਹੀ ਜਾਣ। ਹੁਣ ਇਸੇ ਚੀਜ਼ ਨੂੰ ਆਪਾਂ ਦੂਸਰੇ ਐਂਗਲ ਤੋਂ ਵੇਖਣਾ ਹੈ। ਇੱਕ ਹੋਰ ਲੌਜਿਕ ਇਹਦੇ ਉੱਤੇ ਲਾ ਕੇ ਵੇਖਦੇ ਹਾਂ ਕਿ ਜੇ ਗ੍ਰੰਥ ਸਿਰਫ ਜ਼ਰੀਆ ਹੈ, ਗਿਆਨ ਗੁਰੂ ਹੈ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਕਿਉਂ ਕਿਹਾ ਜਾਂਦਾ ਹੈ? ਫਿਰ ਤੇ ਕੱਲ੍ਹ ਨੂੰ ਗੱਲ ਚੱਲੇਗੀ ਕਿ ਉਹ ਜ਼ਰੀਆ ਨੰਬਰ 1 ਨੇ, ਗੁਰੂ ਅੰਗਦ ਪਾਤਸ਼ਾਹ ਜ਼ਰੀਆ ਨੰਬਰ 2 ਨੇ। ਫਿਰ ਉਹਨਾਂ ਦੇ ਨਾਂ ਲੈਣ ਦੀ ਤਾਂ ਲੋੜ ਹੀ ਕੋਈ ਨਹੀਂ, ਸਤਿਕਾਰ ਦੇਣ ਦੀ, ਉਹ ਜ਼ਰੀਆ ਨੇ। ਇੱਕ ਮੋਬਾਈਲ ਦੇ ਵਿੱਚ ਤੇ ਗੁਰੂ ਨਾਨਕ ਪਾਤਸ਼ਾਹ ਦੇ ਸਰੀਰ ਦੇ ਵਿੱਚ ਫਰਕ ਕੀ ਹੈ? ਉੱਥੋਂ ਵੀ ਗਿਆਨ ਮਿਲ ਰਿਹਾ ਤੇ ਇੱਥੋਂ ਵੀ ਗਿਆਨ ਮਿਲ ਰਿਹਾ। ਇੱਕ ਮੋਬਾਈਲ ਦੇ ਵਿੱਚੋਂ ਵੀ ਉਹੀ ਚੀਜ਼ ਗਿਆਨ ਮਿਲ ਰਿਹਾ ਤੇ ਗੁਰੂ ਨਾਨਕ ਪਾਤਸ਼ਾਹ ਦੇ ਸਰੀਰ ਦੇ ਵਿੱਚੋਂ ਮੁਖਾਰਬਿੰਦ ਤੋਂ ਵੀ ਉਹੀ ਚੀਜ਼ ਸਿੱਖਾਂ ਨੂੰ ਪ੍ਰਾਪਤ ਹੋਈ ਹੈ, ਤੇ ਫਰਕ ਕਿੱਥੇ ਹੈ? ਅਸਲ ਦੇ ਵਿੱਚ ਇਹ ਭੁਲੇਖੇ ਕਿੱਥੋਂ ਸ਼ੁਰੂ ਹੁੰਦੇ ਨੇ? ਜਦੋਂ ਸਾਨੂੰ ਬੇਸਿਕਲੀ ਇਹ ਨਹੀਂ ਪਤਾ ਕਿ ਗੁਰੂ ਦਾ ਸੰਕਲਪ ਕੀ ਹੈ, ਗੁਰੂ ਦੇ ਅਰਥ ਕੀ ਨੇ। ਮੁੱਖ ਜਿਹੜੀ ਗੱਲ ਹੈ ਕਿ ਗੁਰੂ ਦੇ ਅਰਥ ਕੀ ਨੇ, ਗੁਰੂ ਦਾ ਮਤਲਬ ਕੀ ਹੈ। ਉਸ ਭੁਲੇਖੇ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਅੱਗੇ ਨਿਕਲਦੀਆਂ ਨੇ। ਫਿਰ ਇਹ ਨਹੀਂ ਕਿ ਸਿੱਖ ਜਿਹੜੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਕਹਿਣ ਲੱਗ ਪਏ ਨੇ। ਗੁਰੂ ਸਾਹਿਬ ਦੇ ਸਮੇਂ ਦੇ ਉੱਤੇ ਹੀ ਉਹਨਾਂ ਨੂੰ ਗੁਰੂ ਕਿਹਾ ਜਾਂਦਾ ਸੀ। ਇਹਦੇ ਹਵਾਲੇ ਸਾਨੂੰ ਇਤਿਹਾਸ ਦੇ ਇੱਕ ਪਾਸੇ ਰਹਿ ਗਿਆ, ਗੁਰਬਾਣੀ ਦੇ ਵਿੱਚ ਮਿਲ ਜਾਂਦੇ ਨੇ। ਭਾਈ ਸੱਤਾ ਬਲਵੰਡ ਜੀ ਦੀ ਬਾਣੀ ਪੰਚਮ ਪਾਤਸ਼ਾਹ ਨੇ ਆਪ ਜਿਹੜੀ ਦਰਜ ਕੀਤੀ ਇਸ ਗ੍ਰੰਥ ਦੇ ਵਿੱਚ, ਉਹ ਕਹਿੰਦੇ ਨੇ ਕਿ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਕਿ ਰਾਮਦਾਸ ਜੀ ਗੁਰੂ ਨੇ। ਭੱਟ ਕਹਿੰਦੇ ਨੇ ਕਿ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ, ਕਿ ਹੇ ਗੁਰੂ ਰਾਮਦਾਸ ਜੀ ਮੈਨੂੰ ਆਪਣੀ ਸ਼ਰਨ 'ਚ ਰੱਖੋ, ਕਿ ਗੁਰੂ ਰਾਮਦਾਸ ਜੀ ਸਾਡੇ ਗੁਰੂ ਨੇ। ਗੁਰ ਅਰਜਨ ਵਿਟਹੁ ਕੁਰਬਾਨੀ, ਜਪਿਓ ਜਿਨ ਅਰਜਨ ਦੇਵ ਗੁਰੂ, ਕਿ ਉਹ ਸਰੀਰ ਸਾਡੇ ਗੁਰੂ ਨੇ। ਜੇ ਉਹ ਸਾਡੇ ਗੁਰੂ ਨੇ, ਉਹ ਸਰੀਰ ਗੁਰੂ ਨੇ, ਸਰੀਰ ਜ਼ਰੀਆ ਨਹੀਂ, ਤੇ ਗ੍ਰੰਥ 'ਚੋਂ ਵੀ ਤਾਂ ਉਹੀ ਗਿਆਨ ਮਿਲ ਰਿਹਾ, ਫਿਰ ਗ੍ਰੰਥ ਗੁਰੂ ਕਿਉਂ ਨਹੀਂ ਹੈ? ਰਾਮਕਲੀ ਸਾਧ ਦੇ ਵਿੱਚ ਜਿਹੜੀ ਕਿ ਭਾਈ ਸੁੰਦਰ ਜੀ ਦੀ ਰਚਨਾ ਹੈ, ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਰੀਰਕ ਰੂਪ ਦੇ ਵਿੱਚੋਂ ਜਾਣ ਦੀ ਜਦੋਂ ਗੱਲ ਕਰਦੇ ਨੇ ਅੰਤਮ ਸਮੇਂ ਦੀ, ਤੇ ਉੱਥੇ ਕਹਿੰਦੇ ਨੇ, ਮੈਂ ਤੁਕਾਂ ਤੁਹਾਡੇ ਨਾਲੋਂ ਸਾਂਝੀਆਂ ਕਰ ਦਿੰਦਾ, ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ, ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਨਾਨਕ ਜੀ ਤੇ ਗੁਰੂ ਅੰਗਦ ਜੀ ਦੀ ਕਿਰਪਾ ਦੇ ਨਾਲ ਇਹ ਪਰਮ ਪਦਵੀ ਪਾਈ ਹੈ। ਕਹਿੰਦੇ ਅੰਤੇ ਸਤਿਗੁਰੂ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕਿ ਸਤਿਗੁਰੂ ਨੇ ਅੰਤ ਸਮੇਂ ਤੇ ਕਿਹਾ। ਹੁਣ ਅੰਤ ਸਮਾਂ ਕਿਸ ਚੀਜ਼ ਦਾ? ਜੇ ਤੇ ਜੋਤ ਦੀ ਗੱਲ ਕਰੀਏ ਤੇ ਜੋਤ ਤੇ ਅੱਗੇ ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲ ਹੈ। ਅੰਤ ਸਮਾਂ ਕਿਸ ਦਾ ਆ? ਅੰਤ ਸਮਾਂ ਤੇ ਸਰੀਰ ਦਾ ਹੀ ਹੈ ਨਾ। ਇਹਦਾ ਮਤਲਬ ਉੱਥੇ ਸਰੀਰ ਨੂੰ ਸਤਿਗੁਰੂ ਕਿਹਾ ਜਾ ਰਿਹਾ ਹੈ। ਹਰ ਭਾਣਾ ਗੁਰ ਭਾਇਆ, ਗੁਰ ਜਾਵੇ ਹਰ ਪ੍ਰਭ ਪਾਸ ਜੀਓ, ਕਿ ਤੀਸਰੇ ਪਾਤਸ਼ਾਹ ਗੁਰੂ ਸਾਹਿਬ ਹੁਣ ਪ੍ਰਭੂ ਦੇ ਕੋਲ ਚੱਲੇ ਨੇ। ਉੱਥੇ ਉਹਨਾਂ ਨੂੰ ਗੁਰੂ ਕਿਹਾ ਜਾ ਰਿਹਾ, ਸਰੀਰ ਨੂੰ ਕਿਹਾ ਜਾ ਰਿਹਾ ਨਾ। ਜੇ ਉਹ 10 ਜਾਮੇ ਮਨੁੱਖੀ ਸਰੀਰ ਜਿਹੜੇ ਨੇ ਉਹ ਗੁਰੂ ਨੇ, ਗਿਆਨ ਦੇ ਰਹੇ ਨੇ ਉਹ, ਤੇ ਫਿਰ ਇਹ ਗ੍ਰੰਥ ਵੀ ਤਾਂ ਗਿਆਨ ਦੇ ਰਿਹਾ ਹੈ। ਬੜੀਆਂ ਸਪਸ਼ਟ ਤੁਕਾਂ ਨੇ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਠੀਕ ਹੈ, ਇੱਥੇ ਗੁਰ ਸ਼ਬਦ ਦੇ ਅਰਥ ਜਿਹੜੇ ਨੇ ਉਹ ਹੋਰ ਤਰ੍ਹਾਂ ਦੇ ਵੀ ਕੀਤੇ ਜਾ ਸਕਦੇ ਨੇ, ਕਿ ਗੁਰ ਦਾ ਮਤਲਬ ਇੱਥੇ ਹੋਰ ਹੈ, ਪਰ ਕਈ ਥਾਵਾਂ ਤੇ ਇਹਦੇ ਨਾਲੋਂ ਵੀ ਸਪਸ਼ਟ ਤਰੀਕੇ ਦੇ ਨਾਲ ਸਾਨੂੰ ਸਮਝ ਲੱਗਦੀ ਹੈ। ਆਮ ਸਿੱਖ ਭਾਵੇਂ ਉਹ ਜਪਜੀ ਸਾਹਿਬ ਦੀ ਬਾਣੀ ਨਹੀਂ ਜਾਣਦਾ, 5 ਪੌੜੀਆਂ ਤੇ ਅਸੀਂ ਬਹੁਤ ਹੀ ਸਿੱਖ ਜਾਣਦੇ ਹਾਂ, ਬਹੁ ਗਿਣਤੀ। 5 ਪੌੜੀਆਂ ਦੇ ਵਿੱਚ ਅਖੀਰਲੀ ਤੁਕ ਜਿਹੜੀ ਆਉਂਦੀ ਹੈ, ਗੁਰਾ ਇੱਕ ਦੇਹ ਬੁਝਾਈ, ਕਿ ਹੇ ਸਤਿਗੁਰੂ ਮੈਨੂੰ ਇੱਕ ਬੁਝਾਰਤ ਬੁਝਾ ਦੇ, ਮੈਨੂੰ ਸੋਝੀ ਬਖਸ਼, ਕਿ ਹੇ ਸਤਿਗੁਰੂ ਮੈਨੂੰ ਸੋਝੀ ਦੇ। ਸੋਝੀ ਕੀ ਹੈ? ਗਿਆਨ, ਕਿ ਹੇ ਸਤਿਗੁਰੂ ਮੈਨੂੰ ਗਿਆਨ ਦੇ। ਜੇ ਗਿਆਨ ਗੁਰੂ ਹੈ ਤੇ ਕਿਹਦੇ ਕੋਲੋਂ ਮੰਗਿਆ ਜਾ ਰਿਹਾ? ਸਤਿਗੁਰੂ ਕਿਹਨੂੰ ਕਿਹਾ ਜਾ ਰਿਹਾ ਹੈ? ਜ਼ਰੀਏ ਨੂੰ। ਸੋਚਣ ਵਾਲੀ ਗੱਲ ਹੈ ਕਿ ਗੁਰੂ ਨੂੰ ਸੰਬੋਧਨ ਹੋ ਕੇ ਹੋਰ ਵੀ ਬਹੁਤ ਸਾਰੀਆਂ ਤੁਕਾਂ ਨੇ। ਜੇ ਆਪਾਂ ਉਹਨਾਂ ਤੁਕਾਂ ਦੀ ਗੱਲ ਕਰੀਏ ਤਾਂ ਸ਼ਾਇਦ ਘੰਟਿਆਂ ਬੱਧੀ ਆਪਾਂ ਉਹਨਾਂ ਦੇ ਉੱਤੇ ਗੱਲ ਕਰ ਸਕਦੇ ਹਾਂ, ਕਿ ਜਿੱਥੇ ਬਹੁਤ ਗਿਆਨ ਸ਼ਬਦ ਨਹੀਂ ਆਇਆ ਪਰ ਸੋਝੀ ਮੰਗੀ ਗੁਰੂ ਦੇ ਕੋਲੋਂ, ਤੇ ਉੱਥੇ ਸੋਝੀ ਦਾ ਮਤਲਬ ਉਹੀ ਹੈ ਗਿਆਨ। ਗਿਆਨ ਹੋ ਜਾਣਾ, ਸੋਝੀ ਹੋ ਜਾਣੀ, ਸੋਝੀ ਪ੍ਰਾਪਤ ਹੋਣੀ, ਗਿਆਨ ਪ੍ਰਾਪਤ ਹੋਣਾ, ਗੱਲ ਤਾਂ ਉਹੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਉਹ 10 ਜਾਮੇ ਜਿਹੜੇ ਨੇ
ਉਹ ਸਰੀਰ ਮਨੁੱਖੀ ਸਰੀਰ ਜਿਹੜੇ ਨੇ ਉਹ ਗੁਰੂ ਨੇ ਤੇ ਉਹਨਾਂ ਦੇ ਵਿੱਚੋਂ ਸਾਨੂੰ ਗਿਆਨ ਪ੍ਰਾਪਤ ਹੋਇਆ ਤੇ ਗ੍ਰੰਥ ਦੇ ਵਿੱਚੋਂ ਵੀ ਗਿਆਨ ਪ੍ਰਾਪਤ ਹੋ ਰਿਹਾ। ਬਾਕੀ ਸਾਡਾ ਪ੍ਰੈਕਟੀਕਲ ਜਿਹੜਾ ਉਹ ਸਾਬਤ ਕਰ ਰਿਹਾ ਕਿ ਅਸੀਂ ਇਸ ਗ੍ਰੰਥ ਨੂੰ ਖਾਸ ਮਹੱਤਤਾ ਦੇ ਰਹੇ ਹਾਂ। ਇੱਥੋਂ ਤੱਕ ਅਸੀਂ ਜ਼ਮੀਨਾਂ ਤੱਕ ਇਹਦੇ ਨਾਂ ਤੇ ਲਵਾਈਆਂ ਹੋਈਆਂ ਨੇ। ਉੱਥੇ ਅਸੀਂ ਗੁਰੂ ਕਹਿੰਦੇ ਹਾਂ। ਗੁਰੂ ਗ੍ਰੰਥ ਚੇਤਨਾ ਸਮਾਗਮ ਵੀ ਚੱਲ ਰਹੇ ਨੇ ਤੇ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਗੁਰੂ ਗਿਆਨ ਹੈ। ਗ੍ਰੰਥ ਨੂੰ ਗੁਰੂ ਕਹਿ ਵੀ ਰਹੇ ਹਾਂ, ਉਹਦੇ ਅੱਗੇ ਅਰਦਾਸਾਂ ਵੀ ਕਰ ਰਹੇ ਹਾਂ, ਸਭ ਕੁਝ ਹੋ ਰਿਹਾ ਹੈ। ਫਿਰ ਇਹ ਭੁਲੇਖਾ ਕਿਉਂ? ਕਿਤੇ ਇਹ ਤੇ ਨਹੀਂ ਕਿ ਸਾਨੂੰ ਇੱਕ ਨੁਕਤਾ ਸਮਝ ਆਇਆ ਤੇ ਸਾਨੂੰ ਇੰਨੀ ਕਾਹਲੀ ਪੈ ਗਈ ਕਿ ਅਸੀਂ ਨੁਕਤਾ ਫਟਾਫਟ ਦੱਸ ਦਈਏ ਕਿ ਸਾਡੇ ਤੋਂ ਪਹਿਲਾਂ ਕੋਈ ਹੋਰ ਨਾ ਦੱਸ ਦੇਵੇ। ਕੋਈ ਵੀ ਥਿਊਰੀ ਕੋਈ ਬੰਦਾ ਸਾਹਮਣੇ ਰੱਖਦਾ ਨਾ ਤੇ ਸਭ ਤੋਂ ਪਹਿਲਾ ਮੁੱਦਾ ਇਹ ਹੁੰਦਾ ਕਿ ਉਸ ਥਿਊਰੀ ਦੇ ਉੱਤੇ ਸਵਾਲ ਜਿਹੜੇ ਨੇ ਉਹਨਾਂ ਦੇ ਜਵਾਬ ਦਿੱਤੇ ਜਾਣ। ਉਹ ਥਿਊਰੀ ਨੂੰ ਪਬਲਿਕਲੀ ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ ਵਿਦਵਾਨ ਲੋਕਾਂ ਦੇ ਵਿੱਚ ਰੱਖਿਆ ਜਾਂਦਾ ਹੈ। ਸਾਇੰਸ ਦੇ ਵਿੱਚ ਵੀ ਇਹ ਕੁਛ ਹੁੰਦਾ ਹੈ ਕਿ ਕੋਈ ਸਾਇੰਸਦਾਨ ਨਵੀਂ ਥਿਊਰੀ ਲੈ ਕੇ ਆਇਆ, ਉਹ ਕਹਿੰਦਾ ਕਿ ਆਹ ਥਿਊਰੀ ਹੈ, ਉਹਦੇ ਉੱਤੇ ਸਵਾਲ ਕੀਤੇ ਜਾਂਦੇ ਨੇ, ਉਹਦੇ ਜਵਾਬ ਦਿੱਤੇ ਜਾਂਦੇ ਨੇ ਤੇ ਸਵਾਲਾਂ ਦੇ ਦਾਇਰੇ 'ਚੋਂ ਜਿਹੜੀ ਸੁਰਖਰੂ ਹੋ ਕੇ ਨਿਕਲਦੀ ਹੈ ਉਹ ਥਿਊਰੀ ਜਿਹੜੀ ਹੈ ਉਹ ਜਨਤਾ ਤੱਕ ਭੇਜੀ ਜਾਂਦੀ ਹੈ। ਪਰ ਇੱਕ ਅੱਧੀ ਅਧੂਰੀ ਥਿਊਰੀ ਜਿਹੜੀ ਹੈ, ਜਿਹੜੀ ਕਿ ਸਵਾਲਾਂ ਦੇ ਉੱਤੇ ਕਿਤੇ ਵੀ ਟਿਕ ਨਹੀਂ ਰਹੀ, ਖਾਸ ਕਰ ਜਿਹੜੀ ਸ਼ਖਸੀਅਤ ਭਾਈ ਰਣਜੀਤ ਸਿੰਘ ਜੀ ਇਹ ਥਿਊਰੀ ਦੇ ਰਹੇ ਨੇ, ਉਹਨਾਂ ਦੇ ਆਪਣੇ ਪ੍ਰੈਕਟੀਕਲ ਦੇ ਉੱਤੇ ਥਿਊਰੀ ਕਿਤੇ ਨਹੀਂ ਟਿਕ ਰਹੀ। ਤੇ ਫਿਰ ਇਹੋ ਜਿਹੀਆਂ ਥਿਊਰੀਆਂ ਦੇਣ ਦਾ ਕੀ ਕਾਰਨ ਹੈ? ਕੁਝ ਬਹੁਤ ਡੂੰਘੇ ਨੁਕਤੇ ਨੇ, ਉਹ ਮੈਂ ਇਸ ਵੀਡੀਓ ਦੇ ਵਿੱਚ ਨਹੀਂ ਵਿਚਾਰਾਂਗਾ। ਇਸ ਤੋਂ ਵੀ ਹੋਰ ਡੂੰਘੇ ਨੇ ਜਿਨ੍ਹਾਂ ਦੇ ਰਾਹੀਂ ਗੱਲ ਹੋਰ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਸਪਸ਼ਟ ਹੋ ਸਕਦੀ ਹੈ। ਪਰ ਮੈਂ ਉਡੀਕ ਕਰਾਂਗਾ ਉਹ ਨੁਕਤੇ ਉਠਾਉਣ ਤੋਂ ਪਹਿਲਾਂ ਕਿ ਭਾਈ ਰਣਜੀਤ ਸਿੰਘ ਜੀ ਇਹਨਾਂ ਦੇ ਕੀ ਜਵਾਬ ਦਿੰਦੇ ਨੇ, ਕਿਉਂਕਿ ਜਿਹੜੇ ਇਹਨਾਂ ਸਵਾਲਾਂ ਦੇ ਜਵਾਬ ਆਉਣਗੇ ਉਹਨਾਂ ਦੇ ਉੱਤੇ ਅੱਗੋਂ ਹੋਰ ਸਵਾਲ ਉੱਠਣੇ ਨੇ। ਉਹਨਾਂ ਸਵਾਲਾਂ ਦੇ ਵਿੱਚ ਮੈਂ ਥੋੜ੍ਹੀ ਜਿਹੀ ਤੁਹਾਨੂੰ ਵੰਨਗੀ ਦੱਸ ਦਿੰਦਾ ਹੈ ਕਿ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੁਰੂ ਕਹਿੰਦਾ ਤੇ ਭਗਤਾਂ ਨੂੰ ਗੁਰੂ ਕਿਉਂ ਨਹੀਂ ਕਹਿੰਦਾ? ਬਾਣੀ ਤਾਂ ਭਗਤਾਂ ਦੀ ਵੀ ਹੈ। ਦੂਸਰੇ ਪਾਸੇ ਸਿੱਖ 15 ਭਗਤਾਂ ਦੀ ਬਾਣੀ ਨੂੰ ਵੀ ਗੁਰਬਾਣੀ ਕਿਉਂ ਕਹਿੰਦਾ ਹੈ? ਜਦੋਂ ਅਸੀਂ ਇਹਨਾਂ ਸਵਾਲਾਂ ਦੇ ਉੱਤੇ ਨਿੱਠ ਕੇ ਵਿਚਾਰ ਕਰਾਂਗੇ ਤੇ ਸਾਨੂੰ ਸਮੁੱਚੀ ਜਿਹੜੀ ਗੱਲ ਉਹ ਸਮਝ ਆ ਜਾਏਗੀ ਕਿ ਅਸਲ ਦੇ ਵਿੱਚ ਘੁੰਡੀ ਹੈ ਕਿੱਥੇ ਆ। ਉਸ ਘੁੰਡੀ ਨੂੰ ਸਮਝਣ ਦੀ ਲੋੜ ਹੈ ਤੇ ਉਹ ਘੁੰਡੀ ਵਿਚਾਰਾਂ ਦੇ ਵਿੱਚੋਂ ਹੀ ਸਮਝੀ ਜਾ ਸਕਦੀ, ਨਿਕਲ ਸਕਦੀ। ਇਹ ਨਹੀਂ ਕਿ ਵਿਚਾਰ ਦੇ ਰਾਹ ਬੰਦ ਕਰਕੇ ਇੱਕ ਜਣਾ ਆਪਣੀ ਥਿਊਰੀ ਜਿਹੜੀ ਹੈ ਉਹਨੂੰ ਪੱਕੀ ਕਰਕੇ ਬਹਿ ਜਾਵੇ। ਇਸ ਤਰ੍ਹਾਂ ਨਹੀਂ। ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ, ਪਰ ਮੇਰਾ ਖਿਆਲ ਹੈ ਕਿ ਜਿਹੜੀ ਸਾਡੀ ਵਿਚਾਰ ਹੈ ਉਹਦਾ ਨਿਚੋੜ ਇਹ ਨਿਕਲਦਾ ਹੈ ਕਿ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਇਹ ਥਿਊਰੀ ਦਿੱਤੀ ਹੈ ਉਹਨਾਂ ਦੇ ਪ੍ਰੈਕਟੀਕਲ ਦੇ ਉੱਤੇ ਇਹ ਥਿਊਰੀ ਘੱਟੋ ਘੱਟ ਅੱਜ ਦੀ ਡੇਟ ਦੇ ਵਿੱਚ ਪੂਰੀ ਨਹੀਂ ਉਤਰਦੀ, ਜਾਂ ਉਹ ਇਸ ਥਿਊਰੀ ਦੇ ਉੱਤੇ ਪੂਰੇ ਨਹੀਂ ਉਤਰ ਰਹੇ। ਜਿਹੜੇ ਸਵਾਲ ਮੇਰੇ ਮਨ ਦੇ ਵਿੱਚ ਨੇ, ਜਿਹੜੇ ਮੈਂ ਵੱਖ-ਵੱਖ ਉਹਨਾਂ ਦੇ ਫੋਲੋਅਰ ਕੋਲੋਂ ਪਿਛਲੇ ਸਮੇਂ 'ਚ ਪੁੱਛੇ, ਜਿਨ੍ਹਾਂ ਦੇ ਮੈਨੂੰ ਜਵਾਬ ਨਹੀਂ ਮਿਲੇ ਜਾਂ ਹੁਣ ਇਸ ਵੀਡੀਓ ਦੇ ਵਿੱਚੋਂ ਵੀ ਤੁਹਾਨੂੰ ਸਮਝ ਲੱਗ ਗਏ ਹੋਣਗੇ, ਉਹ ਸਵਾਲ ਇਹ ਨੇ ਕਿ ਜੇ ਸਾਰਾ ਗਿਆਨ ਗੁਰੂ ਹੈ ਤੇ ਸਿਰਫ ਇੱਕੋ ਗ੍ਰੰਥ ਦਾ ਸਤਿਕਾਰ ਕਿਉਂ? ਦੂਸਰੀ ਗੱਲ, ਜੇ ਇਸੇ ਗ੍ਰੰਥ ਵਿਚਲਾ ਗਿਆਨ ਹੀ ਗੁਰੂ ਹੈ ਤੇ ਫਿਰ ਮੋਬਾਈਲਾਂ ਤੇ ਪੋਥੀਆਂ ਦਾ ਉਹ ਸਤਿਕਾਰ ਕਿਉਂ ਨਹੀਂ? ਤੀਸਰੀ ਗੱਲ, ਜੇ ਗਿਆਨ ਗੁਰੂ ਹੈ ਤੇ 10 ਗੁਰੂ ਜਿਹੜੇ ਨੇ ਉਹ ਕੀ ਨੇ? ਉਹਨਾਂ ਨੂੰ ਗੁਰੂ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਗਿਆਨ ਤਾਂ ਫਿਰ ਮੋਬਾਈਲਾਂ 'ਚੋਂ ਮਿਲ ਰਿਹਾ, ਉਹਨਾਂ ਨੂੰ ਜਰੀਆ ਨੰਬਰ 1 2 3 4 ਕਿਹਾ ਜਾਵੇਗਾ ਫਿਰ ਤੇ ਕੱਲ੍ਹ ਨੂੰ। ਫਿਰ ਜੇ 10 ਗੁਰੂ ਹਨ ਤਾਂ ਗ੍ਰੰਥ ਗੁਰੂ ਕਿਉਂ ਨਹੀਂ? ਉਹੀ ਗਿਆਨ ਉਹਨਾਂ ਸਰੀਰਾਂ 'ਚੋਂ ਮਿਲਦਾ ਸੀ, ਉਹੀ ਗਿਆਨ ਅੱਜ ਇੱਕ ਗ੍ਰੰਥ 'ਚੋਂ ਮਿਲ ਰਿਹਾ ਹੈ। ਸਭ ਤੋਂ ਵੱਡੀ ਗੱਲ ਕਿ ਜੇ ਇਹਦਾ ਇਹ ਜਵਾਬ ਹੋਵੇ ਕਿ ਜੀ ਇੱਕ ਪਰੰਪਰਾ ਚੱਲੀ ਆ ਰਹੀ ਹੈ, ਮੈਨੂੰ ਪਤਾ ਹੈ ਕਿ ਅਖੀਰਲਾ ਜਵਾਬ ਇਹੀ ਹੋਏਗਾ ਕਿ ਇੱਕ ਪਰੰਪਰਾ ਨੂੰ ਫੋਲੋ ਕਰ ਰਹੇ ਹਾਂ। ਤੇ ਪਰ ਫਿਰ ਸਵਾਲ ਇਹ ਵੀ ਉੱਠਦਾ ਹੈ ਕਿ ਉਸ ਪਰੰਪਰਾ ਨੂੰ ਤੋੜਨ ਦੀ ਕੋਸ਼ਿਸ਼ ਕਿਉਂ ਕੀਤੀ ਗਈ? ਜਿਸ ਪਰੰਪਰਾ ਨੂੰ ਫੋਲੋ ਕਰ ਰਹੇ ਹਾਂ ਅਸੀਂ, ਸਾਡਾ ਪ੍ਰੈਕਟੀਕਲ ਜਿਹੜਾ ਜਿਸ ਪਰੰਪਰਾ ਨੂੰ ਫੋਲੋ ਕਰ ਰਿਹਾ ਹੈ, ਅਸੀਂ ਉਹਨੂੰ ਤੋੜਨ ਵਾਸਤੇ ਬਿਆਨ ਕਿਉਂ ਦੇ ਰਹੇ ਹਾਂ? ਅਸੀਂ ਉਹਦੇ ਉਲਟ ਬਿਆਨ ਕਿਉਂ ਦੇ ਰਹੇ ਹਾਂ ਜਿਹਨੂੰ ਅਸੀਂ ਖੁਦ ਫੋਲੋ ਕਰ ਰਹੇ ਹਾਂ? ਬਹੁਤ ਸਾਰੇ ਸਵਾਲ ਨੇ ਹੋਰ ਵੀ ਜਿਹੜੇ ਇਹਨਾਂ ਜਵਾਬਾਂ ਦੇ ਵਿੱਚੋਂ ਅੱਗੇ ਨਿਕਲਣਗੇ, ਉਹਨਾਂ ਦੇ ਉੱਤੇ ਫਿਰ ਕਦੇ ਵਿਚਾਰ ਕਰਾਂਗੇ। ਤੇ ਜਿਹੜਾ ਵੀ ਵੀਰ ਇਹਨਾਂ ਸਵਾਲਾਂ ਦੇ ਉੱਤੇ ਕੋਈ ਨੁਕਤਾ ਰੱਖਣਾ ਚਾਹੁੰਦਾ ਹੋਵੇ, ਉਹ ਇਸ ਵੀਡੀਓ ਦੇ ਉੱਤੇ ਕਮੈਂਟ ਕਰਕੇ ਦੱਸ ਸਕਦਾ ਹੈ ਕਿ ਇਹ ਜਿਹੜੇ ਮੈਂ ਸਵਾਲ ਉਠਾਏ ਨੇ ਇਹਨਾਂ ਦੇ ਠੋਸ ਵੈਲਿਡ ਜਵਾਬ ਕੀ ਨੇ, ਉਹ ਜਵਾਬ ਜਿਹੜੇ ਪ੍ਰੈਕਟੀਕਲੀ ਪੂਰੇ ਉਤਰਦੇ ਹੋਣ। ਉਮੀਦ ਰਹੇਗੀ ਕਿ ਇਹਨਾਂ ਸਵਾਲਾਂ ਦੇ ਜਵਾਬ ਆਉਣ ਵਾਲੇ ਸਮੇਂ ਦੇ ਵਿੱਚ ਮਿਲਣਗੇ ਤੇ ਫਿਰ ਹੋਰ ਜਿਹੜੇ ਨੁਕਤੇ ਜਿਹੜੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਨ੍ਹਾਂ ਵੱਲ ਇਸ਼ਾਰਾ ਕੀਤਾ ਹੈ, ਉਹਨਾਂ ਦੇ ਉੱਤੇ ਆਪਾਂ ਅੱਗੇ ਗੱਲ ਤੋਰਾਂਗੇ। ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਜੇ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਹੈ ਤੇ ਉਹ ਜ਼ਰੂਰ ਇਹਨਾਂ ਸਵਾਲਾਂ ਦੇ ਉੱਤੇ ਆਪਣਾ ਪ੍ਰਤੀਕਰਮ ਦੇਣ। ਇਹਨਾਂ ਸਵਾਲਾਂ ਨੂੰ ਕਿਵੇਂ ਸੁਲਝਾਇਆ ਜਾ ਸਕਦਾ ਹੈ, ਕਿਉਂਕਿ ਜਿਹੜੀ ਥਿਊਰੀ ਦਿੱਤੀ ਹੈ ਉਹਦਾ ਪ੍ਰੈਕਟੀਕਲ ਵੀ ਹੋਣਾ ਚਾਹੀਦਾ, ਤੇ ਇਹ ਪ੍ਰੈਕਟੀਕਲ ਕਿਵੇਂ ਹੋਵੇ ਤੇ ਅੱਜ ਕਿਉਂ ਨਹੀਂ ਕੀਤਾ ਜਾ ਰਿਹਾ,
ਇਹਨਾਂ ਸਵਾਲਾਂ ਦੇ ਜਵਾਬਾਂ ਦੀ ਉਡੀਕ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।